हाँ जी, सत श्री अकाल गेम चेंजर्स ਸਕਸੈਸ ਦਾ ਰਾਹ ਚੈਨਲ ਤੇ ਆਪ ਸਭ ਦਾ ਜੀ ਆਇਆਂ ਨੂੰ। ਉਹ ਜਗ੍ਹਾ ਜਿੱਥੇ ਸਿੱਖ ਕਮਿਊਨਿਟੀ ਇਨਸਪਾਇਰ ਹੋਣ ਲਈ ਆਉਂਦੀ ਹੈ। ਜੇ ਸ਼ਾਂਤ ਮਨ ਤੇ ਗਹਿਰਾਈ ਨਾਲ ਆਬਜ਼ਰਵ ਕਰੀਏ ਤਾਂ ਇੱਕ ਆਮ ਮਨੁੱਖ ਦੀ ਜ਼ਿੰਦਗੀ ਕਿੰਨੀ ਪਰਪਸਲੈਸ ਹੁੰਦੀ ਹੈ, ਜਿਸ ਦੇ ਹੋਣ ਜਾਂ ਨਾ ਹੋਣ ਨਾਲ ਸ਼ਾਇਦ ਹੀ ਸੁਸਾਇਟੀ ਨੂੰ ਕੋਈ ਫਰਕ ਪਵੇ। ਪਰ ਕੁਝ ਲੋਕ ਇਦਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਪੂਰੇ ਕੌਮ ਨੂੰ ਪ੍ਰਭਾਵਿਤ ਕਰਦੀ ਹੈ, ਹਰ ਇੱਕ ਨੂੰ ਪ੍ਰੇਰਨਾ ਦਿੰਦੀ ਹੈ। जन्म तो लैके अंतिम साह तक जिन्हां दी जिंदगी दा हर मोड़ एक गजब दी कहानी सुना रहा हुंदा है। बिल्कुल इहो जी ही एक कहानी है जनरल शबेग सिंह जी दी। जनरल शबेग सिंह जी ओही सन जिन्हां दे ट्रेंड कीते खाड़कू ਸਿੰਘਾਂ ने टैंक ते बख्तरबंद गड्डियां दी भी लंबे समय तक दरबार साहिब परिसर विच पेश नहीं जाण दित्ती सी। अज दुनिया उन्हां नूं तीजे घल्लूघारे दे संघर्ष करके याद करदी है, पर कौम ਦੇ ਹੱਕਾਂ ਲਈ ਲੜੀ ਇਸ ਜੰਗ ਤੋਂ ਪਹਿਲਾਂ ਵੀ ਉਹ ਜੰਗੇ ਮੈਦਾਨ ਵਿੱਚ ਇੱਕ ਇਹੋ ਜਿਹਾ ਇਤਿਹਾਸ ਸਿਰਜ ਚੁੱਕੇ ਸਨ ਜਿਸ ਦਾ ਨਤੀਜਾ ਅੱਜ ਅਸੀਂ ਦੁਨੀਆ ਦੇ ਨਕਸ਼ੇ ਤੇ ਬੰਗਲਾਦੇਸ਼ ਦੇ ਰੂਪ ਵਿੱਚ ਵੇਖ ਸਕਦੇ ਹਾਂ। ਮੈਂ ਗੱਲ ਕਰ ਰਿਹਾ ਹਾਂ 73 ਚ ਲੜੀ ਉਸ ਜੰਗ ਦੀ ਜਦੋਂ ਦੁਨੀਆ ਦੇ ਇਤਿਹਾਸ 'ਚ ਕਿਸੇ ਵੀ ਫੌਜ ਨੇ ਸਭ ਤੋਂ ਵੱਡਾ ਆਤਮ ਸਮਰਪਣ ਕੀਤਾ ਸੀ, ਜਦੋਂ 91,000 ਪਾਕਿਸਤਾਨੀ ਫੌਜੀਆਂ ਨੇ 2 ਸਿੱਖ ਜਰਨੈਲਾਂ ਜਗਜੀਤ ਸਿੰਘ ਅਰੋੜਾ ਤੇ ਜਨਰਲ ਸ਼ਬੇਗ ਸਿੰਘ ਅੱਗੇ ਹੱਥ ਖੜੇ ਕਰ ਦਿੱਤੇ ਸੀ। ਬੰਗਲਾਦੇਸ਼ ਦੀ ਜੰਗ ਜਿੱਤਣ ਵਿੱਚ ਜਨਰਲ ਸ਼ਬੇਗ ਸਿੰਘ ਜੀ ਦਾ ਅਹਿਮ ਰੋਲ ਸੀ। ਉਹਨਾਂ ਦੇ ਨਾਲ ਕਈ ਜਣਿਆਂ ਨੂੰ ਇਹ ਆਫਰ ਦਿੱਤਾ ਗਿਆ ਸੀ, ਪਰ ਬੇਗਾਨੀ ਧਰਤੀ ਤੇ ਜਾ ਕੇ ਇੰਨੀ ਖਤਰਨਾਕ ਡਿਊਟੀ ਕਰਨ ਲਈ ਕੋਈ ਹੋਰ ਤਿਆਰ ਨਹੀਂ ਹੋਇਆ ਸੀ, ਕਿਉਂਕਿ ਜਦੋਂ ਇਹੋ ਜਿਹੇ ਮਿਸ਼ਨ ਵਿੱਚ ਕੋਈ ਫੌਜੀ ਬੇਗਾਨੀ ਧਰਤੀ ਤੇ ਫੜਿਆ ਜਾਂਦਾ ਹੈ ਤਾਂ ਉਸ ਨੂੰ ਸ਼ਹੀਦ ਦਾ ਦਰਜਾ ਮਿਲਣਾ ਤਾਂ ਬੜੀ ਦੂਰ ਦੀ ਗੱਲ ਹੈ। ਆਪਣਾ ਦੇਸ਼ ਹੀ ਉਸ ਨੂੰ ਪਛਾਣਨ ਤੋਂ ਮਨਾ ਕਰ ਦਿੰਦਾ ਹੈ, ਕਿਉਂਕਿ ਜੇ ਉਹ ਮੰਨ ਲੈਣ ਕਿ ਸਾਡਾ ਫੌਜੀ ਤੁਹਾਡੇ ਦੇਸ਼ 'ਚ ਆ ਕੇ ਆਪੱਤੀਯੋਗ ਕੰਮਾਂ ਨੂੰ ਅੰਜਾਮ ਦੇ ਰਿਹਾ ਸੀ ਤਾਂ ਫਿਰ ਗੱਲ ਬਹੁਤ ਅੱਗੇ ਵੱਧ ਜਾਂਦੀ ਹੈ। ਤੇ ਦੁਸ਼ਮਣ ਦੇਸ਼ ਦੇ ਜਸੂਸਾਂ ਦੀ ਪਾਕਿਸਤਾਨ ਵਰਗੇ ਦੇਸ਼ ਕੀ ਹਾਲਤ ਕਰਦੇ ਹਨ ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ। ਪਰ ਜਨਰਲ ਸ਼ਬੇਗ ਸਿੰਘ ਦੇਸ਼ ਲਈ ਇੰਨੇ ਸਮਰਪਿਤ ਸਨ ਕਿ ਇਹ ਸਭ ਜਾਣਦੇ ਹੋਏ ਵੀ ਉਹਨਾਂ ਨੇ ਇਸ ਮਿਸ਼ਨ ਲਈ ਹਾਮੀ ਭਰ ਦਿੱਤੀ ਤੇ ਕਈ ਮਹੀਨਿਆਂ ਤੱਕ ਦੁਸ਼ਮਣ ਦੇਸ਼ 'ਚ ਮੁਸਲਮਾਨ ਭੇਸ 'ਚ ਰਹੇ ਤੇ ਬਾਗੀ ਫੌਜੀਆਂ ਨੂੰ ਆਜ਼ਾਦੀ ਦੇ ਸੰਘਰਸ਼ ਲਈ ਤਿਆਰ ਕੀਤਾ, ਜੋ ਕਿ ਇੱਕ ਹਾਈ ਰਿਸਕੀ ਤੇ ਪਹਾੜ ਜਿੱਡਾ ਕੰਮ ਸੀ। ਇਸ ਤੋਂ ਇਲਾਵਾ ਉਹਨਾਂ ਨੂੰ ਇਸ ਮਿਸ਼ਨ ਲਈ ਚੁਣੇ ਜਾਣ ਦਾ ਮੇਨ ਕਾਰਨ ਇਹ ਵੀ ਸੀ ਕਿ ਇਸ ਜੰਗ ਨੂੰ ਜ਼ਿਆਦਾਤਰ ਮੋਰਚਿਆਂ ਤੇ ਗੁਰੀਲਾ ਵਾਰ ਦੇ ਰੂਪ ਵਿੱਚ ਹੀ ਲੜਿਆ ਜਾਣਾ ਸੀ ਤੇ ਜਨਰਲ ਸ਼ਬੇਗ ਸਿੰਘ ਉਸ ਸਮੇਂ ਗੁਰੀਲਾ ਵਾਰ ਦੇ ਵਰਲਡ 'ਚ ਸਭ ਤੋਂ ਵੱਡੇ ਐਕਸਪਰਟ ਸਨ। ਹਾਂਜੀ, ਬਿਲਕੁਲ ਠੀਕ ਸੁਣਿਆ ਤੁਸੀਂ, ਇੰਡੀਆ ਦੇ ਨਹੀਂ ਵਰਲਡ ਦੇ ਨੰਬਰ 1। ਉਹ ਸਰਕਾਰ ਵੱਲੋਂ ਭੇਜੇ ਜਾਂਦੇ ਕਈ ਦੇਸ਼ਾਂ ਦੀਆਂ ਆਰਮੀਜ਼ ਨੂੰ ਗੁਰੀਲਾ ਵਾਰ ਦੀ ਟ੍ਰੇਨਿੰਗ ਦੇ ਚੁੱਕੇ ਸਨ। ਬੰਗਲਾਦੇਸ਼ 'ਚ ਭੇਸ ਬਦਲ ਕੇ ਰਹਿੰਦਿਆਂ ਉਹਨਾਂ ਛੇਤੀ ਹੀ ਕਈ ਬਾਗੀ ਆਗੂਆਂ ਜਿਵੇਂ ਜਨਰਲ ਉਸਮਾਨੀ, ਮੇਜਰ ਜੀਆ ਤੇ ਕਈ ਹੋਰ ਵੱਡੇ ਅਫਸਰਾਂ ਨੂੰ ਆਪਣੇ ਪੱਖ ਵਿੱਚ ਕਰ ਲਿਆ। ਇਸ ਫੌਜ ਦਾ ਨਾਮ ਮੁਕਤੀ ਬਾਣੀ ਵੀ ਜਨਰਲ ਸ਼ਬੇਗ ਸਿੰਘ ਨੇ ਹੀ ਰੱਖਿਆ ਸੀ। ਜੇ ਉਹਨਾਂ ਦੇ ਜੰਗੀ ਤਜਰਬੇ ਦੀ ਗੱਲ ਕਰੀਏ ਤਾਂ ਉਹ ਬ੍ਰਿਟੇਨ ਵੱਲੋਂ ਵਰਲਡ ਵਾਰ 2 'ਚ ਬਰਮਾ ਦੀ ਧਰਤੀ ਤੇ ਜਾਪਾਨੀ ਸੈਨਾ ਨਾਲ ਮੱਥਾ ਲਾ ਚੁੱਕੇ ਸਨ। ਇਸ ਤੋਂ ਇਲਾਵਾ ਉਹਨਾਂ ਭਾਰਤ ਦੀ ਵੀ ਹਰ ਇੱਕ ਜੰਗ ਵਿੱਚ ਹਿੱਸਾ ਲਿਆ ਸੀ। ਇੱਕ ਵਾਰ ਜਦੋਂ ਉਹ ਹਾਜੀ ਪੀਰ ਦੇ ਇਲਾਕੇ ਵਿੱਚ ਜੰਗੇ ਮੈਦਾਨ ਵਿੱਚ ਸਨ ਤਾਂ ਉਹਨਾਂ ਨੂੰ ਆਪਣੀ ਮਾਤਾ ਜੀ ਦਾ ਟੈਲੀਗ੍ਰਾਮ ਮਿਲਦਾ ਹੈ ਕਿ ਪੁੱਤਰ ਸ਼ਬੇਗ ਤੇਰੇ ਪਿਤਾ ਜੀ ਚੜ੍ਹਾਈ ਕਰ ਗਏ ਹਨ, ਛੇਤੀ ਘਰ ਆ ਜਾ। ਪਰ ਸ਼ਬੇਗ ਸਿੰਘ ਜੀ ਨੇ ਬਿਨਾਂ ਕਿਸੇ ਨੂੰ ਦੱਸੇ ਚੁੱਪਚਾਪ ਉਹ ਟੈਲੀਗ੍ਰਾਮ ਆਪਣੀ ਜੇਬ ਵਿੱਚ ਪਾ ਲਿਆ ਤੇ ਦੁਸ਼ਮਣ ਤੇ ਫਤਿਹ ਪਾਉਣ ਤੋਂ ਬਾਅਦ ਹੀ ਵਾਪਸ ਘਰ ਪਰਤੇ। ਭਾਵੇਂ ਉਹ ਅੰਤਿਮ ਵਾਰ ਆਪਣੇ ਪਿਤਾ ਦਾ ਚਿਹਰਾ ਦੇਖਣ ਤੋਂ ਵਾਂਝੇ ਰਹਿ ਗਏ, ਪਰ ਉਹਨਾਂ ਨੇ ਆਪਣੇ ਨਿੱਜੀ ਰਿਸ਼ਤਿਆਂ ਨਾਲੋਂ ਮੁਲਕ ਨੂੰ ਵੱਧ ਅਹਿਮੀਅਤ ਦਿੱਤੀ ਸੀ। ਸ਼ਬੇਗ ਸਿੰਘ ਜੀ ਨੇ ਕਦੇ ਵੀ ਅੱਖਾਂ ਬੰਦ ਕਰਕੇ ਸਰਕਾਰ ਦੇ ਆਦੇਸ਼ ਨਹੀਂ ਮੰਨੇ ਸਨ। ਉਹ ਹਮੇਸ਼ਾ ਸਹੀ ਦਾ ਹੀ ਸਾਥ ਦਿੰਦੇ ਸਨ। ਇਸੇ ਲਈ ਜਦੋਂ ਸਿਵਲ ਵਰਦੀ ਧਾਰੀ ਭਾਰਤੀ ਫੌਜ ਨੇ ਬੰਗਲਾਦੇਸ਼ੀਆਂ ਤੇ ਜ਼ੁਲਮ ਕਰਕੇ ਉਹਨਾਂ ਤੇ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਦਬਾਅ ਬਣਾਇਆ ਤਾਂ ਜਨਰਲ ਸ਼ਬੇਗ ਸਿੰਘ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ। ਬੰਗਲਾਦੇਸ਼ ਤਾਂ ਆਜ਼ਾਦ ਹੋ ਗਿਆ, ਪਰ ਉਹ ਇਹਨਾਂ ਸਭ ਕਾਰਨਾਂ ਕਰਕੇ ਸਰਕਾਰ ਦੀਆਂ ਅੱਖਾਂ 'ਚ ਰੜਕਣ ਲੱਗ ਪਏ। ਇਸੇ ਲਈ ਬੰਗਲਾਦੇਸ਼ ਦੀ ਜਿੱਤ ਦਾ ਕ੍ਰੈਡਿਟ ਸ਼ਬੇਗ ਸਿੰਘ ਜੀ ਨੂੰ ਦੇਣ ਦੀ ਥਾਂ ਜਨਰਲ ਅਰੋੜਾ ਤੇ ਜਨਰਲ ਸੈਮ ਨੂੰ ਦੇ ਦਿੱਤਾ ਗਿਆ। ਇਸ ਜੰਗ ਦੇ ਕੁਝ ਸਮੇਂ ਬਾਅਦ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ਼ਬੇਗ ਸਿੰਘ ਜੀ ਨੂੰ ਇੱਕ ਹੋਰ ਸਪੈਸ਼ਲ ਮਿਸ਼ਨ ਤੇ ਜਾਣ ਦਾ ਆਰਡਰ ਦਿੱਤਾ ਗਿਆ, ਪਰ ਉਹਨਾਂ ਨੇ ਇਸ ਮਿਸ਼ਨ ਨੂੰ ਨਾਜਾਇਜ਼ ਦੱਸਦੇ ਹੋਏ ਇਸ ਆਰਡਰ ਨੂੰ ਮੰਨਣ ਤੋਂ ਮਨਾ ਕਰ ਦਿੱਤਾ। ਕੁਝ ਸਮਾਂ ਹੋਰ ਲੰਘਿਆ ਤੇ ਸੀਨੀਅਰਟੀ ਲਿਸਟ ਦੇ ਹਿਸਾਬ ਨਾਲ ਫੌਜ ਦੇ ਅਗਲੇ ਮੁਖੀ ਬਣਨ ਦੇ ਦਾਅਵੇਦਾਰ ਜਨਰਲ ਸ਼ਬੇਗ ਸਿੰਘ ਜੀ ਸਨ, ਪਰ ਸਰਕਾਰ ਇਹੋ ਜਿਹੇ ਅਹੁਦਿਆਂ ਤੇ ਹਮੇਸ਼ਾ ਯੈਸਮੈਨ ਅਫਸਰ ਹੀ ਅਪਾਇੰਟ ਕਰਨਾ ਚਾਹੁੰਦੀ ਹੈ, ਜੋ ਚੰਗੇ ਮਾੜੇ ਦਾ ਫਰਕ ਕੀਤੇ ਬਿਨਾਂ ਸਰਕਾਰ ਦੀ ਹਰ ਨੀਤੀ ਨੂੰ ਪੂਰੇ ਪ੍ਰਭਾਵ ਨਾਲ ਉਸੇ ਤਰ੍ਹਾਂ ਲਾਗੂ ਕਰਨ ਜਿਵੇਂ ਸਰਕਾਰ ਚਾਹੁੰਦੀ ਹੈ। ਪਰ ਸ਼ਬੇਗ ਸਿੰਘ ਜੀ ਇਸ ਮਾਮਲੇ ਵਿੱਚ ਫਿੱਟ ਨਹੀਂ ਬੈਠਦੇ ਸਨ, ਸੋ ਉਹਨਾਂ ਨੂੰ ਚਾਰਜ ਦੇਣ ਦੀ ਥਾਂ ਰਸਤੇ 'ਚੋਂ ਹਟਾਉਣ ਦੀ ਸਾਜ਼ਿਸ਼ ਰਚੀ ਗਈ। ਆਰਮੀ 'ਚ ਅਰਬਾਂ ਖਰਬਾਂ ਰੁਪਏ ਦਾ ਬੋਫੋਰਸ ਘੁਟਾਲਾ ਹੋਇਆ, ਰਫੇਲ ਘੁਟਾਲਾ ਹੋਇਆ, ਇੱਥੋਂ ਤੱਕ ਕਿ ਸ਼ਹੀਦ ਫੌਜੀਆਂ ਦੇ ਕਫਨਾਂ ਨੂੰ ਵੀ ਨਹੀਂ ਛੱਡਿਆ ਗਿਆ। ਪਰ ਇਹਨਾਂ ਮਾਮਲਿਆਂ 'ਚ ਹਜੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਬਟ ਜਨਰਲ ਸ਼ਬੇਗ ਸਿੰਘ ਜੀ ਤੇ ਆਰੋਪ ਲਗਾਇਆ ਗਿਆ ਕਿ ਉਹਨਾਂ ਮਿਲਟਰੀ ਦੇ ਇੱਕ ਟਰੱਕ ਨੂੰ ਘੱਟ ਦਾਮ ਤੇ ਖਰੀਦ ਲਿਆ ਹੈ।
ਇਸ ਟਰੱਕ ਦਾ ਮੁੱਲ ਕੋਈ ਇੰਨਾ ਜ਼ਿਆਦਾ ਨਹੀਂ ਸੀ ਕਿ ਇੰਨੀ ਵੱਡੀ ਪੋਸਟ ਦਾ ਅਫਸਰ ਇੰਨੀ ਛੋਟੀ ਰਕਮ ਲਈ ਘਪਲਾ ਕਰੇ, ਪਰ ਸਾਜ਼ਿਸ਼ ਕਰਨ ਵਾਲਿਆਂ ਨੂੰ ਤਾਂ ਸਿਰਫ ਬਹਾਨਾ ਚਾਹੀਦਾ ਸੀ। ਇਸ ਤੋਂ ਇਲਾਵਾ ਇੱਕ ਆਰੋਪ ਇਹ ਵੀ ਲਗਾਇਆ ਗਿਆ ਕਿ ਉਹਨਾਂ ਮਿਲਟਰੀ ਦੇ ਇੱਕ ਜੂਨੀਅਰ ਅਫਸਰ ਤੋਂ ਇੱਕ ਚਾਂਦੀ ਦੀ ਪਲੇਟ ਤੋਹਫੇ ਵਿੱਚ ਲਈ ਹੈ। ਇਹਨਾਂ ਦੋ ਮਾਮੂਲੀ ਆਰੋਪਾਂ ਦੇ ਆਧਾਰ ਤੇ ਜਰਨਲ ਦੀ ਪੋਸਟ ਜੁਆਇਨ ਕਰਨ ਤੋਂ 2 ਦਿਨ ਪਹਿਲਾਂ ਹੀ ਉਹਨਾਂ ਦਾ ਕੋਰਟ ਮਾਰਸ਼ਲ ਕਰ ਦਿੱਤਾ ਗਿਆ। ਉਹ ਗੱਲ ਅੱਡ ਹੈ ਕਿ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਕੋਰਟ ਕੇਸ 'ਚ ਇਸ ਦਾ ਫੈਸਲਾ ਆਇਆ ਤਾਂ ਉਹਨਾਂ ਨੂੰ ਬਾਈਜਿਤ ਬਰੀ ਕਰ ਦਿੱਤਾ ਗਿਆ। ਇਸ ਗੱਲ ਤੋਂ ਉਹ ਬੜੇ ਨਿਰਾਸ਼ ਹੋਏ। ਉਹਨਾਂ ਦਾ ਸਰਕਾਰ ਪ੍ਰਤੀ ਮੋਹ ਭੰਗ ਹੋ ਗਿਆ ਕਿ ਜਿਹੜੇ ਦੇਸ਼ ਦੀ ਮੈਂ ਆਪਣੇ ਜਾਨ ਦੀ ਬਾਜੀ ਲਾ ਕੇ ਸੇਵਾ ਕੀਤੀ, ਉਹਨਾਂ ਨੇ ਅੱਜ ਮੈਨੂੰ ਆਹ ਸਿਲਾ ਦਿੱਤਾ। ਮਨ 'ਚ ਦਗੇਬਾਜੀ ਦੀ ਪੀੜ ਲਏ ਉਹਨਾਂ ਦੇ ਪੈਰ ਗੁਰੂ ਘਰ ਵੱਲ ਮੁੜ ਗਏ। ਉਹਨਾਂ ਹਰਮੰਦਰ ਸਾਹਿਬ ਆ ਕੇ ਮੱਥਾ ਟੇਕਿਆ। ਹਰਮੰਦਰ ਸਾਹਿਬ ਦੀ ਧਰਤੀ ਤੇ ਵਿਚਰਦਿਆਂ ਉਹਨਾਂ ਦਾ ਆਪਣੇ ਪੁਰਖਾਂ ਨਾਲ ਜੁੜਾਅ ਬਹੁਤ ਵੱਧ ਗਿਆ ਸੀ, ਕਿਉਂਕਿ ਕਿਸੇ ਸਮੇਂ ਉਹਨਾਂ ਦੇ ਪੁਰਖਾਂ ਨੇ ਵੀ ਇਸੇ ਧਰਤੀ ਤੇ ਹੀ ਜ਼ਾਲਮਾਂ ਨੂੰ ਸੋਧਾ ਲਾਇਆ ਸੀ। ਜੇ ਗੱਲ ਕਰੀਏ ਸ਼ਬੇਗ ਸਿੰਘ ਜੀ ਦੇ ਪਿਛੋਕੜ ਦੀ, ਤਾਂ ਅਬਦਾਲੀ ਦੇ ਰਾਜ ਵਿੱਚ ਹਰਮੰਦਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਜਾਣ ਵਾਲੇ 2 ਸੂਰਮੇ ਸਨ, ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਮਹਿਤਾਬ ਸਿੰਘ ਜੀ ਭੰਗੂ। ਇਹਨਾਂ ਮਹਿਤਾਬ ਸਿੰਘ ਜੀ ਦਾ ਪੋਤਾ ਸੀ ਸਰਦਾਰ ਰਤਨ ਸਿੰਘ ਭੰਗੂ, ਜਿਸ ਨੇ ਸਿੱਖ ਕੌਮ ਦੀ ਮਹਾਨ ਰਚਨਾ ਸ਼੍ਰੀ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਸੀ। ਤੇ ਇਹਨਾਂ ਸੂਰਮੇ ਤੇ ਵਿਦਵਾਨਾਂ ਦੀ ਕੁੱਲ ਚੋਂ ਹੀ ਅੱਗੇ 5ਵੀਂ ਪੀੜ੍ਹੀ 'ਚ ਸਰਦਾਰ ਭਗਵਾਨ ਸਿੰਘ ਜੀ ਦੇ ਘਰ ਜਨਮ ਲਿਆ ਸੀ ਜਰਨਲ ਸ਼ਬੇਗ ਸਿੰਘ ਜੀ ਨੇ। ਉਹਨਾਂ ਦੀ ਮਾਤਾ ਜੀ ਦਾ ਨਾਮ ਬੀਬੀ ਪ੍ਰੀਤਮ ਕੌਰ ਸੀ ਤੇ ਉਹ ਆਪਣੇ 5 ਭੈਣ ਭਰਾਵਾਂ 'ਚ ਸਭ ਤੋਂ ਵੱਡੇ ਸਨ। ਮੁੱਢਲੀ ਵਿੱਦਿਆ ਤੋਂ ਬਾਅਦ ਉਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲਾ ਲਿਆ ਤੇ ਫਿਰ ਉੱਚ ਸਿੱਖਿਆ ਲਈ ਗਵਰਨਮੈਂਟ ਕਾਲਜ ਲਾਹੌਰ ਜੁਆਇਨ ਕੀਤਾ। ਉਹਨਾਂ ਦੀ ਦਲੇਰੀ ਦਾ ਅੰਦਾਜ਼ਾ ਸਿਰਫ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲਾਹੌਰ ਕਾਲਜ 'ਚ ਹੋਏ ਬ੍ਰਿਟਿਸ਼ ਆਰਮੀ ਦੇ ਟ੍ਰੇਨਿੰਗ ਟ੍ਰਾਇਲ ਨੂੰ ਪਾਸ ਕਰਕੇ ਆਰਮੀ ਨੂੰ ਜੁਆਇਨ ਕਰਨ ਵਾਲੇ ਉਹ ਲਾਹੌਰ ਜ਼ਿਲ੍ਹੇ ਦੇ ਸਿਰਫ ਇੱਕੋ ਇੱਕ ਕੈਂਡੀਡੇਟ ਸਨ। ਜੇ ਗੱਲ ਕਰੀਏ ਉਹਨਾਂ ਦੇ ਗਿਆਨ ਪੱਖ ਦੀ, ਤਾਂ ਉਹ ਹਿੰਦੀ, ਪੰਜਾਬੀ ਤੇ ਇੰਗਲਿਸ਼ ਤੋਂ ਇਲਾਵਾ ਗੋਰਖਾਲੂ, ਬਾਂਗਲਾ, ਉਰਦੂ ਤੇ ਪਰਸ਼ੀਅਨ ਭਾਸ਼ਾ ਬੋਲਣ ਵਿੱਚ ਵੀ ਨਿਪੁੰਨ ਸਨ। ਆਪਣੇ ਵਡੇਰਿਆਂ ਦੀ ਲੀਹ ਤੇ ਤੁਰਦਿਆਂ ਸਿੱਖੀ ਨੂੰ ਜੀਵਨ ਸਮਰਪਿਤ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਸ਼ਬੇਗ ਸਿੰਘ ਜੀ ਦੀਆਂ ਪਹਿਲਾਂ 2-3 ਮੀਟਿੰਗਾਂ ਹਰਚੰਦ ਸਿੰਘ ਲੌਂਗੋਵਾਲ ਨਾਲ ਹੋਈਆਂ, ਪਰ ਉਹਨਾਂ ਨੂੰ ਛੇਤੀ ਹੀ ਸਮਝ ਆ ਗਿਆ ਕਿ ਅਕਾਲੀ ਦਲ ਦੀ ਦੌੜ ਸਿਰਫ ਕੁਰਸੀ ਤੱਕ ਹੈ। ਇਸ ਤੋਂ ਬਾਅਦ ਉਹ ਸੰਤ ਭਿੰਡਰਾਂਵਾਲਾ ਜੀ ਨੂੰ ਮਿਲੇ। ਦੋਹਾਂ ਸੂਰਮਿਆਂ ਦੇ ਵਿਚਾਰ ਕਾਫੀ ਮਿਲਦੇ ਸਨ। ਸੰਤ ਜੀ ਦੀ ਸੱਚੀ ਸੁੱਚੀ ਸ਼ਖਸੀਅਤ ਨੂੰ ਪਛਾਣ ਕੇ ਉਹਨਾਂ ਸੰਤ ਜੀ ਦੀ ਅਗਵਾਈ ਵਿੱਚ ਇਸ ਮੂਵਮੈਂਟ ਨੂੰ ਜੁਆਇਨ ਕਰ ਲਿਆ। ਉਹਨਾਂ ਦਿਨਾਂ 'ਚ ਸਿੱਖਾਂ ਵੱਲੋਂ ਜੇਲਾਂ ਭਰੋ ਮੂਵਮੈਂਟ ਚੱਲ ਰਿਹਾ ਸੀ। ਸਰਕਾਰ ਦੇ ਦਬਾਅ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ। ਸਾਰੇ ਸਰਕਾਰੀ ਢਾਂਚੇ ਦੀ ਬਾਗਡੋਰ ਸਿਰਫ ਇੱਕੋ ਪਾਰਟੀ ਦੇ ਹੱਥ ਵਿੱਚ ਸੀ ਤੇ ਲੀਡਰਾਂ ਦਾ ਸ਼ੈਤਾਨੀ ਦਿਮਾਗ ਇਸ ਦਬਾਅ 'ਚੋਂ ਵੀ ਫਾਇਦਾ ਚੱਕਣ ਦੀ ਫਿਰਾਤ ਵਿੱਚ ਸੀ। ਇਸ ਲਹਿਰ ਦੇ ਖਿਲਾਫ ਸਾਰੇ ਦੇਸ਼ ਵਿੱਚ ਜ਼ਹਿਰੀਲਾ ਪ੍ਰਚਾਰ ਕੀਤਾ ਗਿਆ। ਸੰਤ ਭਿੰਡਰਾਂਵਾਲਾ ਜੀ ਨੂੰ ਹਿੰਦੂਤਵ ਦਾ ਕਾਤਿਲ ਤੇ ਦੇਸ਼ ਦੀ ਅਖੰਡਤਾ ਨੂੰ ਖਤਰਾ ਬਣਾ ਕੇ ਪੇਸ਼ ਕੀਤਾ ਗਿਆ। ਲੋਕ ਸਭਾ ਚੋਣਾਂ ਆਉਣ ਵਾਲੀਆਂ ਸੀ ਤੇ ਅਸਲ 'ਚ ਉਹਨਾਂ ਦਾ ਮਕਸਦ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਨੂੰ ਛੱਡ ਕੇ ਬਾਕੀ ਸਾਰੀਆਂ ਸਟੇਟਾਂ ਦੀਆਂ ਵੋਟਾਂ ਨੂੰ ਟਾਰਗੇਟ ਕਰਨਾ ਸੀ। ਸੰਤ ਜੀ ਦੇ ਲਗਭਗ ਸਾਰੇ ਸਲਾਹਕਾਰ ਇਸ ਪ੍ਰਚਾਰ ਨੂੰ ਬਸ ਇੱਕ ਕੋਲਡ ਵਾਰ ਸਮਝ ਰਹੇ ਸਨ, ਬਟ ਸ਼ਬੇਗ ਸਿੰਘ ਜੀ ਨੇ ਇਹਨਾਂ ਦੀ ਧੋਖੇ ਭਰੀ ਨੀਤੀ ਨੂੰ ਸਮਝਦੇ ਹੋਏ ਉਦੋਂ ਹੀ ਕਹਿਤਾ ਸੀ ਕਿ ਸਾਨੂੰ ਇੱਕ ਵੱਡੀ ਜੰਗ ਲਈ ਤਿਆਰ ਰਹਿਣ ਦੀ ਲੋੜ ਹੈ। ਇਸ ਲਈ ਫਿਰ ਉਹਨਾਂ ਸਿੰਘਾਂ ਦੀ ਹਥਿਆਰਬੰਦ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਪਾਠ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਤੇ ਖੇਤੀ ਕਰਨ ਵਾਲੇ ਆਮ ਕਿਸਾਨਾਂ ਨੂੰ ਹੀ ਸ਼ਬੇਗ ਸਿੰਘ ਜੀ ਨੇ 1.5-2 ਮਹੀਨੇ ਵਿੱਚ ਇੰਨਾ ਟ੍ਰੇਨਡ ਕਰਤਾ ਕਿ ਇਸ ਵਰਤਾਰੇ ਦੇ ਬਾਅਦ ਭਾਰਤ ਸਰਕਾਰ ਨੇ ਇੱਕ ਸਟੇਟਮੈਂਟ ਜਾਰੀ ਕੀਤਾ ਕਿ ਆਪਰੇਸ਼ਨ ਬਲੂ ਸਟਾਰ ਵਿੱਚ ਉਹਨਾਂ ਦਾ ਪਾਕਿਸਤਾਨ ਨਾਲ ਹੋਈਆਂ ਦੋਨਾਂ ਜੰਗਾਂ ਤੋਂ ਵੱਧ ਜਾਨੀ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਮੋਰਚੇ ਵਿੱਚ ਖਾੜਕੂ ਸਿੰਘਾਂ ਨੇ ਆਰਮੀ ਨੂੰ ਕਿਵੇਂ ਮੂੰਹ ਤੋੜ ਜਵਾਬ ਦਿੱਤਾ, ਕਿਵੇਂ ਸਿਰਫ 2 ਘੰਟੇ ਦੀ ਪਲਾਨਿੰਗ ਕਰਕੇ ਆਈ ਆਰਮੀ ਨੂੰ ਕਈ ਦਿਨਾਂ ਤੱਕ ਨੱਕੀ ਚਣੇ ਚਬਾਉਣੇ ਪਏ। ਇਹ ਸਭ ਦੇਖਾਂਗੇ ਤੀਜੇ ਘੱਲੂ ਘਰੇ ਦੇ ਨੈਕਸਟ ਪਾਰਟ ਵਿੱਚ। ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਇਸ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਮੈਂ ਚੈਨਲ ਦੇ ਐਨਾਲਿਟਿਕਸ ਵੇਖ ਰਿਹਾ ਸੀ, ਵੀਡੀਓ ਦੇਖਣ ਵਾਲੀ ਸੰਗਤ ਚੋਂ ਸਬਸਕ੍ਰਾਈਬ ਕਾਫੀ ਘੱਟ ਜਣਿਆਂ ਨੇ ਕੀਤਾ ਹੋਇਆ ਹੈ, ਸੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਤੋਂ ਇਲਾਵਾ ਇਤਿਹਾਸ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਸਕਦੇ ਹੋ। ਜਾਂਦੇ ਜਾਂਦੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ